3.5 ਲੱਖ ਦਾ ਬੱਚਾ ਮਾਸ਼ਾਅੱਲਾ। ਤੇ ਉਹ ਤੇ ਕਿੰਨੇ ਤੁਹਾਨੂੰ ਪੈਸੇ ਸਾਲ ਬਾਅਦ ਬਚ ਜਾਂਦੇ ਨੇ ਤੇ ਕਿੰਨਾ ਖਰਚਾ ਜਾਂਦਾ? 8-9 ਲੱਖ ਰੁਪਏ ਜਿਹੜਾ ਬਚ ਜਾਂਦਾ ਸਾਲ ਦੀ ਬਚਤ ਹੋ ਜਾਂਦੀ। मतलब साल बाद 8-9 लाख रुपये तुसीं काढ़ लेंदे बच्चों का। बिस्मिल्लाहिर्रहमानिर्रहीम, अस्सलाम वालेकुम तमाम किसान दोस्त भाई, कैसे हैं? जैसे कि हर बार की तरह मैं आज आपके लिए वीडियो लेके आया हूँ कुर्बानी के जानवरों के बारे में। जैसे कि ये मैं आपको दिखा सकता हूँ कि ये कुर्बानी के जानवर हैं, बछड़े जो कि बिल्कुल तैयार हैं। और इस ईद पे मतलब ये भाई जो हैं हमारे सेल करेंगे और हमें आज इनसे मुलाकात करने का मौका मिला कि इनसे आज हम मालूमात लेंगे कि ये कैसे भाई इनको तैयार करते हैं और इनकी खुराक का तरीका, इनसे क्या इनको फ़ायदा है, कितने पैसे जो हासिल करते हैं सेल करके और कितनी देर जो है ये अपने पास रखते हैं। ये हमारे माशाल्लाह कुर्बानी के जानवर हैं जो आपको नज़र आ रहे हैं। और ये टोटल इन्होंने 11 रखे हुए हैं टोटल हैं और बड़े ज़बरदस्त अच्छे हैं। मेरा तो दिल खुश हो गया इनको देख के, कुर्बानी के जानवरों को। आइए हम भाई से बात करते हैं और उनसे इनके बारे में सारी मालूमात लेते हैं। अस्सलाम वालेकुम भाई। अच्छा भाई, ਤੁਹਾਡੇ ਜਿਹੜੇ ਬੱਚੇ ਨੇ ਤਾਂ ਦਿਖਾਏ ਨੇ ਸਾਰਿਆਂ ਨੂੰ ਭਾਈਆਂ ਆਪਣੇ ਕਿਸਾਨ ਦੋਸਤਾਂ ਨੂੰ, ਇਹਦੇ ਬਾਰੇ ਸਾਨੂੰ ਦੱਸੋ ਕਿੰਨੀ ਦੇਰ ਤੋਂ ਤੁਸੀਂ ਕੰਮ ਕਰਨ ਦੇ? ਵੈਸੇ ਅਲਹਮਦੁਲਿਲਾ ਯਾਨੀ ਕਿ ਵਿਰਾਸਤੀ ਕੰਮ ਕਰ ਰਹੇ ਹਾਂ। ਅੱਛਾ, ਵਿਰਾਸਤੀ ਕੰਮ ਕਰਨ ਦੇ ਹੋ ਬੱਚਿਆਂ ਦਾ ਕੁਰਬਾਨੀ ਦੇ। ਕਿੰਨੇ ਬੱਚਿਆਂ ਤੋਂ ਸਟਾਰਟ ਕੀਤਾ ਸੀ ਤੁਸੀਂ ਇਹ ਕੰਮ? ਤਕਰੀਬਨ 5-6 ਤੋਂ ਕੀਤਾ। ਅੱਛਾ, 5-6 ਤੋਂ ਕੀਤਾ ਸੀ ਤੇ ਅੱਧੇ ਕਰਦੇ ਰਹਿੰਦੇ ਯਾਨੀ ਮਾਸ਼ਾਅੱਲਾ ਸਾਡੇ ਕੋਲ ਦੂਸਰੇ ਵੀ ਕਰ ਕੱਟੇ ਬੱਚੇ ਦੇ ਵੀ ਕਰੀਦਾ। ਅੱਛਾ, 25-25 ਡੰਗਰ ਤੱਕ ਸਾਡਾ ਚੱਲ ਜਾਂਦਾ ਮਾਮਲਾ। ਸਹੀ। ਤੇ ਇਹਨਾਂ ਦਾ ਕੁਰਬਾਨੀ ਦੇ ਜਾਨਵਰਾਂ ਦਾ ਤੁਸੀਂ ਕੀ ਖਿਦਮਤ ਕਰਦੇ ਹੋ? ਇਹ ਖਾਸ ਖੁਰਾਕ ਜਿਹੜੀ ਇਹਨਾਂ ਦੀ ਉਹ ਕਿਹੜੀ ਤੁਸੀਂ ਯੂਜ਼ ਕਰਦੇ ਹੋ ਇਹਨਾਂ ਲਈ? ਸਭ ਤੋਂ ਬਿਸਮਿਲ੍ਲਾਹਿਰ-ਰਹਿਮਾਨ, ਸਭ ਤੋਂ ਪਹਿਲਾਂ ਜਿਹੜੀ ਅੱਛੀ ਖਾਸ ਖੁਰਾਕ ਹੈ ਇਹਨਾਂ ਵਾਸਤੇ ਪੱਠਾ ਜਿਹੜਾ ਸਾਫ਼ ਹੋਣਾ ਚਾਹੀਦਾ। ਅੱਛਾ, ਉਸ ਤੋਂ ਬਾਅਦ ਇਹਨਾਂ ਦਾ ਪਾਣੀ ਦਾ ਇੰਤਜ਼ਾਮ ਜਿਹੜਾ ਸਭ ਤੋਂ ਅੱਛਾ, ਉਹ ਹਰ ਟਾਈਮ ਇਹਨਾਂ ਨੂੰ ਯਾਨੀ ਕਿ ਜਦੋਂ ਮਹਿਸੂਸ ਕਰਨ ਉਹਨਾਂ ਨੂੰ ਪਾਣੀ ਪਿਲਾਉਣਾ ਚਾਹੀਦਾ। ਸਹੀ। ਤੇ ਵੰਡਾ ਇਹਨਾਂ ਲਈ ਕਿਹੜਾ ਯੂਜ਼ ਕਰਦੇ ਹੋ ਜਿਹੜਾ ਸਹੀ ਵੰਡਾ ਜਿਹਦੇ ਨਾਲ ਗੋਸ਼ਤ ਦੀ ਪੈਦਾਵਾਰ ਜ਼ਿਆਦਾ ਹੋ ਸਕੇ? ਉਹ ਅਸੀਂ ਆਪਣਾ ਤਿਆਰ ਕਰ ਲਈਏ ਦੇਸੀ ਵੰਡਾ, ਜਿਹਦੇ 'ਚ ਗੰਦਮ ਦੇ ਮੱਕੀ ਬਾਜਰਾ ਇਸ ਤਰ੍ਹਾਂ ਚੀਜ਼ਾਂ ਪਸਾ ਕੇ ਚੱਕੀ ਤੇ ਉਹ ਇਹਨਾਂ ਨੂੰ ਯਾਨੀ ਕਿ ਪੱਠਿਆਂ ਦੇ ਉੱਪਰ ਜਿਹੜਾ ਉਹ ਇਹਨਾਂ ਨੂੰ ਖਿਲਾ ਦਿੱਤਾ। ਅੱਛਾ, ਤੇ ਫੀ ਜਾਨਵਰ ਨੂੰ ਤੁਸੀਂ ਕਿੰਨਾ ਵੰਡਾ ਦੇ ਲੈਂਦੇ ਹੋ? ਵੰਡਾ ਤਕਰੀਬਨ 2 ਕਿਲੋ ਤਕਰੀਬਨ। ਫੀ ਜਾਨਵਰ ਨੂੰ 2 ਕਿਲੋ ਵੰਡਾ ਦੇ ਦਿੰਦੇ ਹੋ। ਤੇ ਇਹ ਤੁਸੀਂ ਬੱਚੇ ਜਿਹੜੇ ਤੁਸੀਂ ਤਿਆਰ ਕੀਤੇ ਨੇ ਇਸ ਟਾਈਮ ਕੁਰਬਾਨੀ ਦੇ, ਕਿੰਨੀ ਦੇਰ ਹੋ ਗਈ ਤੁਹਾਨੂੰ ਰੱਖੇ ਇਹਨਾਂ ਕੋਲ? ਸਾਨੂੰ 1.5 ਸਾਲ ਹੋ ਗਏ। ਅੱਛਾ, 1.5 ਸਾਲ ਤੋਂ ਤੁਸੀਂ ਖਰੀਦ ਕੇ ਤੇ ਰੱਖੇ ਨੇ। ਕਿੰਨੇ ਦਾ ਇੱਕ ਬੱਚਾ ਤੁਸੀਂ ਖਰੀਦਿਆ ਸੀ ਉਦੋਂ? ਇਹ ਡਿਫਰ ਹੈਗਾ ਇਹਨਾਂ ਜੀ, ਕੋਈ 40,000 ਦਾ, 50,000 ਦਾ, ਕੋਈ 60,000 ਦਾ, ਜਿਹੜੇ ਛੋਟੇ ਜਿਹੇ। ਅੱਛਾ, ਮਾਸ਼ਾਅੱਲਾ। ਤੇ ਹੁਣ ਤੇ ਕਾਫੀ ਫਲੇ ਫੁੱਲੇ ਵੀ ਨੇ, ਗੋਸ਼ਤ ਦੀ ਪੈਦਾਵਾਰ ਵੀ ਉਹਨਾਂ 'ਚ ਵਧੀ ਹੈ। ਅਲਹਮਦੁਲਿਲਾ ਸਾਡਾ ਕੋਈ ਬੱਚਾ ਜਿਹੜਾ 10 ਮਣ ਤੋਂ ਘੱਟ ਨਹੀਂ ਹੈਗਾ, ਉੱਪਰ ਹੀ ਹੈਗਾ। ਅੱਛਾ, ਮਾਸ਼ਾਅੱਲਾ। ਮਤਲਬ ਫੀ ਬੱਚਾ ਜਿਹੜਾ ਤੁਹਾਡਾ ਕਮ ਸੇ ਕਮ 10 ਮਣ ਦਾ? 10 ਮਣ ਦਾ, ਹਾਂਜੀ। ਤੇ ਇਹ ਬੱਚਿਆਂ ਦੀ ਇਸ ਟਾਈਮ ਤੁਹਾਡੀ ਮਾਂਗ ਕਿੰਨੀ ਕੁ ਹੈ? ਤਕਰੀਬਨ 14-15 ਮਣ ਦੇ ਹੈਗੇ। ਅੱਛਾ, 14-15 ਮਣ ਦੇ ਮਾਸ਼ਾਅੱਲਾ ਹੈ ਨੇ। ਹਾਂਜੀ। ਤੇ ਹੁਣ ਤੁਸੀਂ ਇਹਨਾਂ ਨੂੰ ਸੇਲ ਕਰਨਾ ਆ, ਤੁਸੀਂ ਇੱਥੇ ਆਪਣੇ ਇਲਾਕੇ 'ਚ ਸੇਲ ਕਰੋਗੇ ਕਿਸੇ ਮੰਡੀ 'ਚ ਖੜੋਗੇ? ਇਹ ਅੱਲਾਹ ਪਾਕ ਦੀ ਦੇਣ ਜੀ, ਅਗਰ ਇੱਥੇ ਸਾਡੇ ਸੇਲ ਹੋਵੇ ਇੱਥੇ ਕਰ ਲਾਂਗੇ। ਅੱਛਾ। ਮੰਡੀ ਜਾਣਾ ਤੇ ਮੰਡੀ ਕਰ ਲਾਂਗੇ। ਤੇ ਮੰਡੀ ਤੁਸੀਂ ਕਿਹੜੀ ਚੀਜ਼ ਯੂਜ਼ ਕਰਦੇ ਹੋ ਜਾ ਕੇ ਸੇਲ ਕਰਦੇ ਹੋ ਇਹਨਾਂ ਨੂੰ? ਮੰਡੀ ਮੱਲੂ ਮੋੜੀ ਜਲਦੀ ਹੈ, ਇੱਥੇ ਸਾਡੇ ਚੰਗ ਦੇ ਦੇਖੀ ਜਿਹੜੀ ਮੱਲੂ ਮੋੜ ਦੀ। ਅੱਛਾ, ਉਹ ਜਿਹੜਾ ਮੰਡੀ ਹੈਗੀ ਸਹੀ। ਨਾ ਲਾਹੌਰ ਜਲਦੀ ਦਾ। ਤੇ ਤੁਹਾਡਾ ਇੱਕ ਬੱਚਾ ਹੁਣ ਮਹਿੰਗੇ ਤੋਂ ਮਹਿੰਗਾ ਕਿੰਨੇ ਦਾ ਇਸ ਟਾਈਮ ਖਲੋਤਾ ਤੁਹਾਡੇ ਕੋਲ, ਸਭ ਤੋਂ ਮਹਿੰਗਾ ਜਿਹੜਾ? ਸਾਡਾ ਸਭ ਤੋਂ ਮਹਿੰਗਾ ਬੱਚਾ ਹੈਗਾ ਜੀ ਉਹ ਬਲੈਕ ਕਲਰ ਦਾ ਜਿਹੜਾ ਨਜ਼ਰ ਆ ਰਿਹਾ ਸਾਹਮਣੇ ਲਾਸਟ। ਅੱਛਾ, ਤੇ ਜਿਹੜਾ ਹਲਕਾ ਥੋੜਾ ਜਿਹਾ ਉਹ ਤੁਹਾਡੇ ਕੋਲ ਕਿੰਨੇ ਦਾ ਖੜਾ? ਇਹ ਹੈਗਾ ਤਕਰੀਬਨ 1.25 ਲੱਖ ਦਾ ਹੈਗਾ। ਅੱਛਾ, ਆਹ ਜਿਹੜਾ 1.25 ਲੱਖ ਦਾ ਇਸ ਟਾਈਮ ਖੜਾ। ਤੇ ਇਹ ਤੁਹਾਡਾ ਜਿਹੜੇ ਬੱਚਿਆਂ ਦਾ ਕਾਰੋਬਾਰ ਆ, ਇਹਨਾਂ ਨੂੰ ਤੁਸੀਂ ਵੰਡੇ ਯੂਜ਼ ਕਰਾਉਂਦੇ ਹੋ, ਉਸ ਤੋਂ ਇਲਾਵਾ ਪਾਣੀ ਦਾ ਇੰਤਜ਼ਾਮ ਇਹਦੇ ਲਈ ਕੀ ਹੈ, ਕੀ ਜ਼ਿਆਦਾ ਕਰਦੇ ਹੋ ਕਿ ਤਾਂ ਕਿ ਗੋਸ਼ਤ ਦੀ ਪੈਦਾਵਾਰ ਜ਼ਿਆਦਾ ਹਾਸਲ ਕਰ ਸਕੋ? ਸਭ ਤੋਂ ਪਹਿਲਾਂ ਜ਼ਿਆਦਾ ਇਹਨਾਂ ਵਾਸਤੇ ਕਿਤੇ ਕਿ ਜਾਨਵਰ ਸਾਡਾ ਖੁਸ਼ ਰਹੇ ਯਾਨੀ ਕਿ। ਅੱਛਾ, ਉਹ ਯਾਨੀ ਕਿ ਅਗਰ ਇਹਨੂੰ ਪੱਠੇ ਦੀ ਜ਼ਰੂਰਤ ਉਸ ਟਾਈਮ ਪੱਠਿਆਂ ਦਾ ਇੱਕ ਟਾਈਮ ਟੇਬਲ ਹੈ। ਅੱਛਾ, ਇਹਨਾਂ ਨੂੰ ਛਾਂ ਦਾ ਜਿਹੜਾ ਇੰਤਜ਼ਾਮ ਹੈ ਉਹ ਦਰਖਤਾਂ ਥੱਲੇ ਸਹੀ। ਜਿਹੜਾ ਹੈਗੇ ਬਰਾਮਦੇ ਦੀ ਛਾਂ ਜਾਂ ਜਿਹੜੀਆਂ ਇਹ ਇਸਮਾਂ ਵੀ ਹੈਗੀਆਂ ਨੇ ਜਾਨਵਰ ਵਾਸਤੇ ਸੇਕ ਜ਼ਿਆਦਾ ਹੁੰਦਾ। ਅੱਛਾ, ਹਾਂਜੀ। ਦਰਖਤ ਵਾਸਤੇ ਤੇ ਹਵੇਲੀ ਤੋਂ ਬਾਹਰ ਦਰਖਤ ਨੇ, ਉਹਨਾਂ ਦੇ ਥੱਲੇ ਬੰਨ੍ਹ ਨਹੀਂ ਦੇਣਾ ਸਭ ਤੋਂ ਜ਼ਿਆਦਾ ਕੁਛ। ਤੇ ਉਹ ਜਿਹੜਾ ਅਸੀਂ ਸੁਣਿਆ ਅਕਸਰ ਬੰਦਿਆਂ ਕੋ ਵਡੇਰੇ ਬਜ਼ੁਰਗਾਂ ਕੋ ਕਹਿੰਦੇ ਨੇ ਇਦਾਂ ਦੇ ਕੱਪੜਾ ਮਾਰਨਾ ਚਾਹੀਦਾ ਜਿਸਮ ਤੇ, ਉਹਦਾ ਕੀ ਤਰੀਕੇਕਾਰ ਹੋ, ਕਿਉਂ ਮਾਰਦੇ ਨੇ, ਉਹਦਾ ਫਾਇਦਾ ਕੀ? 4 ਤੋਂ 5 ਦਫਾ ਵੀ ਮਾਰੀ ਦਾ ਇਹਨਾਂ ਦੀ, ਕਿਉਂਕਿ ਜਾਨਵਰ ਖੁਸ਼ ਹੋ ਜਾਂਦਾ ਇੱਕ ਦਫਾ। ਇਹ ਉਹਨੂੰ ਜਾਨਵਰ ਨਹੀਂ ਹੁੰਦਾ ਕਿ ਮੇਰਾ ਮਾਲਕ ਮੇਰੇ ਤੇ ਹੱਥ ਰੱਖਦਾ ਪਿਆ। ਅੱਛਾ, ਸਾਨੂੰ ਪਤਾ ਨਾ ਮੇਰਾ ਅੱਲਾਹ ਪਾਕ ਦਾ ਹੱਥ ਮੇਰੇ ਉੱਤੇ, ਜਾਨਵਰ ਨੂੰ ਪਤਾ ਮੇਰੇ ਮਾਲਕ ਜਾਂ ਮੇਰੇ ਹੱਥ ਰੱਖਦਾ ਪਿਆ। ਸਹੀ, ਮਾਸ਼ਾਅੱਲਾ। ਤੇ ਇਹਨਾਂ ਦੀ ਹਿਫਾਜ਼ਤ ਲਈ ਤੁਸੀਂ ਮਤਲਬ ਆਪਣੇ ਮੁਲਾਜ਼ਮ ਕਿੰਨੇ ਬੰਦੇ ਰੱਖੇ ਜਿਹੜੇ ਇਹਨਾਂ ਦਾ 24 ਘੰਟੇ ਸਿਰ ਤੇ ਰਹਿੰਦੇ ਨੇ ਤੇ ਇਹਨਾਂ ਦੀ ਦੇਖਭਾਲ ਕਰਦੇ ਨੇ? ਇਹਨਾਂ ਵਾਸਤੇ 2 ਬੰਦੇ ਹੈਗੇ। ਅੱਛਾ, 2 ਬੰਦੇ ਹੈ ਇਹਨਾਂ ਲਈ। 2 ਬੰਦੇ। ਤੇ ਉਹਨਾਂ ਦਾ ਖਰਚਾ ਵਗੈਰਾ ਕਿੰਨਾ ਕੁ ਆ ਜਾਂਦਾ? ਉਹਨਾਂ ਦਾ ਨਿਕਲ ਜਾਂਦਾ, ਮੈਨੇਜ ਹੋ ਜਾਂਦਾ, ਸਾਰਾ ਹੋ ਜਾਂਦਾ ਨਾਲ। ਮਤਲਬ 1 ਸਾਲ 2 ਸਾਲ ਤੁਸੀਂ ਅਗਰ ਤਿਆਰ ਕਰਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਸੇਲ ਕਰਦੇ ਹੋ ਤੇ ਮਾਸ਼ਾਅੱਲਾ ਜੀ, ਜ਼ਬਰਦਸਤ ਜੀ। ਸਰ, ਆਹ ਸਾਡੇ ਬੱਚੇ ਸੀ ਕੁਰਬਾਨੀ ਦੇ, ਜਿਵੇਂ ਕਿ ਦੇਖ ਰਹੇ ਹੋ। ਸਭ ਤੋਂ ਹੌਲਾ ਮਤਲਬ ਕਹਿ ਰਹੇ ਸੀ ਜੀ ਆਹ ਬੱਚਾ ਜਿਹੜਾ ਥੋੜਾ ਸਸਤਾ ਮਤਲਬ ਇਹਨਾਂ ਸਾਰਿਆਂ ਚੋਂ, ਤੇ ਸਭ ਤੋਂ ਮਹਿੰਗਾ ਬੱਚਾ ਵੀ ਇਹ ਆਹ ਬਲੈਕ ਖੜਾ, ਇਹਦੀ ਕੀਮਤ ਸਭ ਤੋਂ ਜ਼ਿਆਦਾ ਦੱਸ ਰਹੇ ਸੀ ਕਿ ਆਹ ਹੈ। ਉਸ ਤੋਂ ਬਾਅਦ ਇੱਕ ਆ ਚੀਨਾ ਬੱਚਾ ਖੜਾ ਤੇ ਉਹ ਮਾਸ਼ਾਅੱਲਾ ਸਾਹਮਣੇ ਬੱਚਾ ਖੜਾ ਹੈ, ਦੇਖ ਸਕਦੇ ਹੋ, ਜਿਹਦੀ ਸ਼ਕਲ ਬੜੀ ਜ਼ਬਰਦਸਤ ਅੱਛੀ ਹੈ, ਖੂਬਸੂਰਤ ਲੱਗਦਾ ਕਿ ਦੇਖਣ 'ਚ।
ਇਹ ਸਾਡੇ ਸਰ ਜੀ ਕੁਰਬਾਨੀ ਦੇ ਸਾਰੇ ਜਾਨਵਰ ਸੀ ਜਿਹੜੇ ਭਾਈ ਹਜ਼ਰਾਤ ਸ਼ੌਕ ਰੱਖਦੇ ਨੇ ਕੁਰਬਾਨੀ ਦੇ ਜਾਨਵਰ ਦੀ ਸਿਰਫ ਦੇਖਭਾਲ ਕਰਦੇ ਨੇ ਤੇ ਉਹਨਾਂ ਨੂੰ ਆਪਣਾ ਰੋਜ਼ਗਾਰ ਬਣਾਇਆ ਤੇ ਉਹਨਾਂ ਤੋਂ ਬੜੇ ਪੈਸੇ ਕਮਾਏ ਜਾ ਰਹੇ ਨੇ। ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਤੇ ਸਾਡਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਨੂੰ ਬੱਚਿਆਂ ਦੇ ਜਾਨਵਰਾਂ ਦੇ ਬਿਮਾਰੀਆਂ ਦੇ ਬਾਰੇ ਉਹਨਾਂ ਦੇ ਰਿਹਾਇਸ਼ ਜਗ੍ਹਾ ਦੇ ਬਾਰੇ ਖੁਰਾਕ ਦੇ ਬਾਰੇ ਦੱਸ ਸਕੀਏ ਤਾਂ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮਾਲੂਮਾਤ ਮਿਲ ਸਕੇ ਤੇ ਤੁਸੀਂ ਆਪਣੇ ਜਾਨਵਰਾਂ ਦੀ ਅੱਛੀ ਤੋਂ ਅੱਛੀ ਕੇਅਰ ਕਰ ਸਕੋ। ਸ਼ੁਕਰੀਆ।